ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, पूरे के गुण गाओ। पूरा प्रभ आराध्या, पूरा जाका नाओ। नानक पूरा पाया, पूरे के गुण गाओ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ, ਸਤਿਗੁਰਾਂ ਦੀ ਨਿਵਾਜੀ ਹੋਈ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ ਜੋ ਲੜੀਵਾਰ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਸਰਵਣ ਕਰਦੇ ਆ ਰਹੇ ਹਾਂ। तो पिछे साड़ी 23 अष्टपदियां तक विचार सतगुरां आप विच सहाई हो करके संपूर्ण करवाई है। आओ अज 24वीं अष्टपदी दी जो समाप्ति वाली अष्टपदी है उसका असी सलोक पढ़ के गा के सरवण किया है। तो इस अष्टपदी विच इस सलोक विच सतगुरु पूरे दे नाल जुड़न दा संकेत दे रहे आ, सुचेत कर रहे आ भाई देखी कदे जिंदगी दे विच अधूरे नूं अपने अधूरे दे लड़ ना लग जाए, पूरे गुरु दे लड़ लगी। ये ना होवे कबीर साहब कहंदे ना, आप डुबे चहो बेद में चेले दिए बहाए वाला किते। ऐसा वरतारा ना वरत जावे। आओ सतगुरु बाणी राही कैसी और कितनी कृपा की मेरा कर रहे हैं। आओ बाणी दे नाल विचार दे नाल जुड़ के लाहे प्राप्त करिए। सलोक पूरा प्रभ आराध्या, पूरा जाका नाउ। हजूर फरमाउंदे हन भाई पूरा है प्रभु सतगुरु नानक देव जी, जिन्हां ने पूरे समर्थ गुरां नूं जान के आराध्या, दिल दी भावना नाल चेते कीता है, जिन्हां दा नाम भी पूਰਨ है। सत नाम तेरा परा पूरबला दी दात बख्शण वाले हन सतगुरु नानक देव जी। नानक पूरा पाया, पूरे के गुण गाओ। सतगुरु साहब जी कहते हैं उन्हां दे पूर्ण ज्ञान नूं पाया है, उन्हां ने पूर्ण परमेश्वर नूं पा लिया है, जिन्हां ने पूरे परमेश्वर दे गुणां नूं गा करके पूरा प्रभु सतगुरु है, जिन्हां ने दिल दी भावना नाल आराध्या है अते पूरा जिस परमेश्वर दा नाम है गुरु द्वारा जिन्हां ने प्राप्त कीता है, उन्हां ने पूरे परमेश्वर नूं पा लिया है। पूरे परमेश्वर दे गुणां नूं गा करके इहो जिहा सर्ब कला समर्थ है प्रभु भी पूर्ण है, जिन्हां ने आराध्या है अते नाम भी उसदा पूर्ण है, जिन्हां ने जपिया है ते पाया भी पूर्ण नूं है, सारे व्यापक नूं गुण भी पूरे दे जिन्हां ने गाए हन निहाल हो गए हन। सतगुरु जी कहंदे अगे इस सलोक दी सारी विस्तार सहित कथा सतगुरु विचार सानू अष्टपदी दे राही समझाउण दा सतगुरु सुचेत कर रहे हैं। अष्टपदी पूरे गुर का सुन उपदेश। ये भाई अधूरे गुरु बहुत सारे हैं, दुनिया च थां थां अपनियां दुकानां खोली बैठे आ। इस करके महाराज ने कहा है जिन पंच मार बिदार गुदारे तो पूरा यह कलीर जिन्हां पंजां नूं मार लिया होवे
ਕਾਮ ਕ੍ਰੋਧ ਲੋਭ ਮੋਹ ਹੰਕਾਰ ਜਲੇ ਸਭ ਕੋਈ। ਸਾਰੀ ਸ੍ਰਿਸ਼ਟੀ ਜਲ ਰਹੀ ਇਹਨਾਂ ਵਿੱਚ। ਇਹਨਾਂ ਨੂੰ ਜਿਨ੍ਹਾਂ ਮਾਰ ਲਿਆ ਹੋਵੇ ਉਹ ਪੂਰਨ ਹੈ, ਸਤਿਗੁਰੂ ਕਹਿੰਦੇ। ਇਹੋ ਜਿਹੇ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਕਿਸੇ 'ਚ ਨਹੀਂ ਮਿਲਦੇ। ਦਸਾਂ ਸਰੂਪਾਂ ਨੂੰ ਧਾਰ ਕੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਪੰਜਾਂ ਨੂੰ ਆਪਣੇ ਵੱਸ ਕੀਤਾ ਹੈ। ਸਿੱਖਾਂ ਦੇ ਵੀ ਮੁਕੰਮਲ ਵੱਸ ਕੀਤਾ ਹੈ ਜੋ ਸ਼ਰਨ ਪਏ ਹਨ। ਇਹੋ ਜਿਹੇ ਸਤਿਗੁਰੂ ਪੂਰੇ ਹਨ। ਹੁਣ ਅਧੂਰਿਆਂ ਦੀ ਸ਼ਰਨ ਲੈਣ ਦੀ ਲੋੜ ਨਹੀਂ ਹੈ। ਉਹਨਾਂ ਨੇ ਆਪਣੀ ਬਾਣੀ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜਿਵੇਂ 22 ਮੰਜੀਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਬਾਬੇ ਬਕਾਲੇ ਲਾਈ ਬੈਠੇ ਸੀ। ਐ ਸਾਧ ਸੰਗਤ ਜੀ, ਰਾਜਸਥਾਨ ਵਿੱਚ ਕਈ ਬੜੇ ਬੜੇ ਲੋਕ ਗੱਦੀਆਂ ਲਾਈ ਬੈਠੇ ਆ, ਬੜਾ ਪਖੰਡ ਫੈਲਾਉਂਦੇ ਆ। ਕਹਿੰਦੇ ਮਾਸ ਸ਼ਰਾਬ ਹੀ ਸਾਡੀ ਗੁੜਤੀ ਹੈ। ਕੋਈ ਕਿਸੇ ਪ੍ਰਕਾਰ ਦੀ ਜਿਹੜੇ ਐਬੀ ਆਦਮੀ ਹੈ ਉਹਨਾਂ ਜਿਹੇ ਬਹੁਤ ਸਾਰੇ ਮਿਲਦੇ ਆ, ਉਹਨਾਂ ਨਾਲ ਮਿਲ ਮਿਲ ਕੇ ਉਹਨਾਂ ਦੇ ਬੜੇ ਇਕੱਠ ਹੁੰਦੇ ਆ। ਮਹਾਰਾਜ ਸਾਹਿਬ ਨੇ ਬਚਨ ਕੀਤੇ ਆ, ਜੇ ਸਾਰਾ ਸੰਸਾਰ ਵੀ ਇਹੋ ਜਿਹੇ ਪੁਰਖਾਂ ਦੇ ਨਾਲ ਮਿਲ ਜਾਵੇ ਫਿਰ ਵੀ ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਤੋ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ। ਕਹਿੰਦੇ ਸਿੱਧਾਂ ਵਰਗਾ ਬਣ ਜੇ ਭਾਵੇਂ, ਆਪ ਦਾ ਨਾਉ ਸਦਾ ਲਵੇ। ਜਾ ਪਤ ਲੇਖੈ ਨਾ ਪਵੈ, ਸੱਭਾ ਪੂਜ ਖੁਆਰ। ਜਦੋਂ ਵਾਹਿਗੁਰੂ ਦੇ ਦਰ ਤੇ ਇਹਨਾਂ ਦੇ ਲੇਖੇ 'ਚ ਨਾ ਪਦ ਪਈ, ਸਾਰੀਆਂ ਪੂਜਾਂ ਉਹਨਾਂ ਦੀਆਂ ਖਰਾਬ ਹੋ ਜਾਣੀਆਂ ਹਨ। ਇਸ ਪ੍ਰਕਾਰ ਵੱਡਾ ਕਿੱਡਾ ਬਣ ਜਾਏ, ਮਹਾਰਾਜ ਕਹਿੰਦੇ ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ। ਕਹਿੰਦੇ ਇੰਨਾ ਕੁਝ ਕਰ ਲਵੇ, ਜੇ ਪਰਮੇਸ਼ਰ ਦੀ ਨਜ਼ਰ ਵਿੱਚ ਨਹੀਂ ਨਾ ਆਇਆ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਕਹਿੰਦੇ ਉਹ ਕੀੜਿਆਂ ਦੇ ਅੰਦਰ ਕੀੜਾ ਬਣਾਇਆ ਜਾਵੇਗਾ। ਇਹੋ ਜਿਹੇ ਪੁਰਖ ਦੀ ਹਾਲਤ ਹੋਵੇਗੀ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਜੀ ਪੂਰਨ ਹਨ। ਕਲਯੁਗ ਦੇ ਉਧਾਰ ਵਾਸਤੇ 10 ਸਰੂਪ ਧਾਰੇ ਹਨ। ਅਧੂਰਿਆਂ ਦੀ ਲੋੜ ਨਾ ਰੱਖੋ। ਜਿਹੜੇ ਕੱਚੇ ਬਣ ਕੇ ਬਹਿੰਦੇ ਆ ਉਹਨਾਂ ਦੀ ਸ਼ਰਨ ਪੈਣੇ ਕਰਕੇ ਸਾਨੂੰ ਵਾਹਿਗੁਰੂ ਦੇ ਰਾਹ ਤੋਂ ਭੁਲਾ ਦੇਣਗੇ। ਭਾਉ ਭਗਤੀ ਵੱਲੋਂ ਸਾਨੂੰ ਬੇਮੁਖ ਕਰ ਦੇਣਗੇ, ਸਿੱਖੀ ਵੱਲੋਂ ਬੇਮੁਖ ਕਰ ਦੇਣਗੇ ਅਤੇ ਆਪ ਦੀ ਪੂਜਾ ਵਿੱਚ ਲਾ ਦੇਣਗੇ। ਇਹੋ ਜਿਹੀ ਉਹਨਾਂ ਦੀ ਹਾਲਤ ਹੈ। ਜਿਵੇਂ ਦਾਦੂ ਜੀ ਨੇ ਇੱਕ ਵਾਰੀ ਕੋਈ ਚਰਸ ਵਾਹੁੰਦਾ ਸੀ, ਉਹਨਾਂ ਕਿਹਾ ਬੜਾ ਭਗਤ ਹੈ, ਜਾ ਕੇ ਵੇਖੀਏ। ਜਦੋਂ ਜਾ ਕੇ ਵੇਖਿਆ ਦਾਦੂ ਕਹਿੰਦਾ, ਦਾਦੂ ਦੁਨੀਆ ਬਾਵਰੀ, ਕਾਹੇ ਚਾਮ ਕੋ ਰਾਮ, ਪੂਛ ਮਰੋੜੇ ਬੈਲ ਕੀ, ਕਾਢੈ ਆਪਣਾ ਕਾਮ। ਇਹੋ ਜਿਹੀ ਦੁਨੀਆ ਕਮਲੀ ਹੋਈ ਹੈ। ਕਹਿੰਦੇ ਚੰਮ ਦੇ ਬੋਲੇ ਨੂੰ ਬੇਲੀ ਰਾਮ ਕਹਿੰਦੇ ਆ। ਗਿਆ ਤੇ ਪੁੱਛਾਂ ਬਲਦਾਂ ਦੀਆਂ ਮਰੋੜੀ ਜਾਂਦੇ ਆ, ਆਪ ਦੇ ਖੇਤ ਸੀਜਣ ਦਾ ਕੰਮ ਕੱਢੀ ਜਾਂਦੇ ਆ। ਇਸੇ ਪ੍ਰਕਾਰ ਸਤਿਗੁਰੂ ਕਲਗੀਧਰ ਜੀ ਨੂੰ ਕੁਛ ਬੰਦਿਆਂ ਕਿਹਾ, ਦਾਦੂ ਦੁਨੀਆ ਬਾਵਰੀ, ਕਹਿੰਦੇ ਹੈ ਜੈਤ ਰਾਮ। ਦਾਦੂ ਜੀ ਨੂੰ ਕਹਿੰਦੇ ਦੁਨੀਆ ਸਾਰੀ ਕਮਲੀ ਹੋਈ ਆ। ਕਹੇ ਚਾਮ ਕੋ ਰਾਮ, ਹੱਡ ਚੰਮ ਤੇ ਹੱਥ ਮਾਰ ਕੇ ਕਹਿੰਦੇ ਮੈਂ ਸਣ ਟੋਪੀ ਸਣ ਕੱਪੜੀ, ਜੁੱਤੇ ਸਣੇ ਖੁਦਾ। ਇਹ ਚੰਮ ਨੂੰ ਰਾਮ ਕਹੀ ਜਾਂਦੇ ਆ। ਪਰਮੇਸ਼ਰ ਭੁੱਲ ਗਿਆ ਹੈ ਇਹਨਾਂ ਨੂੰ। ਪੂਛ ਮਰੋੜਿਆ ਬੈਲ ਕੀ, ਬੈਲ ਦੀ ਨਿਆਈ ਉਹਨਾਂ ਦੇ ਅਨੁਸਾਰੀ ਚੱਲਣ ਵਾਲੇ ਜਿਹੜੇ ਚੇਲੇ ਚਾਟੜੇ ਹੁੰਦੇ ਆ ਉਹਨਾਂ ਦੀ ਪੂਛ ਬਿਰਤੀ ਵਾਹਿਗੁਰੂ ਵੱਲੋਂ ਮਰੋੜ ਭਾਵ ਮੋੜ ਲੈਂਦੇ, ਬੇਮੁਖ ਕਰ ਲੈਂਦੇ ਆ। ਕੱਢ ਹੈ ਆਪਣਾ ਕੰਮ, ਆਪਣੀ ਖਾਣ ਪੀਣ ਤੇ ਪਹਿਨਣ ਦਾ ਇਹ ਕੰਮ ਉਹਨਾਂ ਤੋਂ ਕੱਢਦੇ ਆ। ਨਾ ਆਪ ਮੁਕਤ ਹੁੰਦੇ ਆ, ਉਹਨਾਂ ਨੂੰ ਮੁਕਤ ਕਰ ਸਕਦੇ ਆ। ਇਹੋ ਜਿਹੇ ਅਧੂਰਿਆਂ ਲੋਕਾਂ ਦੀ ਗੱਲ ਹੈ। ਆਪਣਾ ਪੇਟ ਤੋਰਨ ਵਾਸਤੇ ਠੱਗ ਰਹੇ ਦੁਨੀਆ ਨੂੰ। ਇਸ ਕਰਕੇ ਜਦੋਂ ਸੰਸਾਰ ਵਿੱਚ ਨਿਗਾਹ ਮਾਰ ਕੇ ਵੇਖਾਂਗੇ, ਪੈਗੰਬਰਾਂ ਤੱਕ ਵੀ, ਪੀਰਾਂ ਤੱਕ ਵੀ, ਅਵਤਾਰਾਂ ਤੱਕ ਵੀ ਮੁਕੰਮਲ ਐਸਾ ਕੋਈ ਪੂਰਨ ਨਹੀਂ ਮਿਲੇਗਾ ਜਿਹਨੇ ਪੰਜਾਂ ਨੂੰ ਮਾਰਿਆ ਹੋਵੇ। ਤੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੂਰਨ ਹਨ। ਤਿਨਾਂ ਪੂਰਿਆਂ ਸਤਿਗੁਰਾਂ ਦਾ ਉਪਦੇਸ਼ ਜਿਹੜਾ ਅਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ,
ਉਹਨਾਂ ਦੇ ਉਪਦੇਸ਼ ਨੂੰ ਸੁਣਨਾ ਕਰ ਹੈ ਪਿਆਰਿਆ। ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਮਹਾਰਾਜ, ਆਪ ਗੁਰੂ ਅਰਜਨ ਸਾਹਿਬ ਉਹਨਾਂ ਦੇ ਗੱਦੀ ਦੇ ਮਾਲਕ ਹੋ, ਆਪ ਪੂਰਨ ਹੋ। ਸਾਹਿਬ ਕਹਿਣ ਲੱਗੇ, ਫੇਰ ਜੇ ਤੇਰੇ ਅੰਦਰ ਇਹ ਨਿਸ਼ਚਾ ਹੈ, ਅਸੀਂ ਤਾਂ ਸਤਿਗੁਰੂ ਨਾਨਕ ਸਾਹਿਬ ਦੀ ਵਡਿਆਈ ਸਾਰੀ ਸਮਝਦੇ ਹਾਂ। ਉਹਨਾਂ ਦੇ ਨਾਮ ਕਰਕੇ, ਦਾਸਾਂ ਦੇ ਦਾਸ ਕਰਕੇ, ਉਹਨਾਂ ਦੀ ਵਡਿਆਈ ਦਿੱਤੀ ਕਰਕੇ ਸਾਨੂੰ ਜਗਤ ਗੁਰੂ ਲੋਕ ਕਹਿੰਦੇ ਆ। ਸੋ ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਗੁਰਸਿੱਖ, ਪਾਰ ਬ੍ਰਹਮ ਜੀ ਆਪ ਪਰਮੇਸ਼ਰ ਹੈ, ਪਾਪਾਂ ਪੁੰਨਾਂ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ। ਉਹਨੂੰ ਨੇੜੇ ਕਰਕੇ ਵੇਖਣਾ ਕਰੋ, ਹਰ ਵਕਤ ਅੰਗ ਸੰਗ ਜਾਣੋ। ਸਾਸ ਸਾਸ ਸਿਮਰਹੁ ਗੋਬਿੰਦ। ਗਰੀਬ ਨਿਵਾਜ ਨੇੜੇ ਦੇਖਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ, ਤਾਂ ਦੇਖਿਆ ਜਾਊ ਜੇ ਅੱਖਾਂ 'ਚੋਂ ਭਰਮ ਦੇ ਫੋਲੇ ਕੱਢੇ ਜਾਣਗੇ। ਉਹ ਫੋਲੇ ਚੱਕਣ ਵਾਸਤੇ ਦਵਾਈ ਇਹ ਹੈ, ਸਵਾਸ ਸਵਾਸ ਗੋਬਿੰਦ, ਪਰਮੇਸ਼ਰ ਦਾ ਸਿਮਰਨ ਕਰੋ। ਮਨ ਅੰਤਰ ਕੀ ਉਤਰੈ ਚਿੰਦ। ਫਿਰ ਤੁਹਾਡੇ ਮਨ ਦੇ ਅੰਦਰ ਦੀ ਚਿੰਤਾ ਵੀ ਮਿਟ ਜਾਏਗੀ। ਸੱਚੇ ਪਾਤਸ਼ਾਹ, ਚਿੰਤਾ ਮਨ ਦੀ ਮਿਟਦੀ ਨਹੀਂ, ਬੜੇ ਫਿਕਰ ਪਏ ਰਹਿੰਦੇ ਆ। ਹਜ਼ੂਰ ਫਰਮਾਉਂਦੇ ਆ, ਚਿੰਤਾ ਮੇਟਣ ਵਾਸਤੇ ਆਸ ਅਨਿਤ ਤਿਆਗਹੁ ਤਰੰਗ। ਭਾਈ ਜੇ ਚਿੰਤਾ ਮੇਟਣੀ ਹੈ, ਇਹ ਭਾਈ ਜਿਹੜੇ ਅਨਿਤ ਪਦਾਰਥ, ਝੂਠੇ ਪਦਾਰਥ ਆ, ਉਹਨਾਂ ਦੀ ਆਸਾ ਜਿਹੜੀ ਲੱਗੀ ਆ ਨਾ, ਇਹਨੂੰ ਛੱਡੋ। ਇਹ ਜਿਹੜੇ ਤੁਹਾਡੇ ਅੰਦਰ ਫੁਰਨੇ ਫੁਰ ਰਹੇ ਆ, ਤਾਹੀਓਂ ਨਹੀਂ ਤੁਹਾਡੀਆਂ ਚਿੰਤਾ ਮਿਟਦੀਆਂ। ਮਨ ਦੀਆਂ ਚਿਤਵਨਾ ਬਣੀਆਂ ਰਹਿੰਦੀਆਂ ਹਨ। ਆਸਾ ਜਿਹੜੀ ਝੂਠੇ ਪਦਾਰਥਾਂ ਦੀ, ਇਹਨੂੰ ਤਿਆਗ ਦਿਓ। ਇਹ ਤਰੰਗ ਫੁਰਨਾ ਤਾਂ ਬੰਦ ਹੋਵੇਗਾ, ਤਾਂ ਰਹਿਤ ਹੋਵੋਗੇ ਇਹਨਾਂ ਫੁਰਨਿਆਂ ਤੋਂ। ਸੰਤ ਜਨਾ ਕੀ ਧੂਰ ਮਨ ਮੰਗ। ਭਾਈ ਇਹਨਾਂ ਫੁਰਨਿਆਂ ਨੂੰ ਛੱਡ ਕੇ ਤੇ ਕਹਿੰਦੇ ਆ, ਮਹਾਰਾਜ ਆਸਾ ਮਿਟਦੀ ਨਹੀਂ। ਫਿਰ ਸਤਿਗੁਰੂ ਜੀ ਕਹਿੰਦੇ, ਉੱਚੀ ਸਤ ਸੰਗਤ ਕਰੋ। ਸੰਤ ਜਨਾ ਕੀ ਧੂਰ ਮਨ ਮੰਗ। ਮਨ ਕਰਕੇ ਸਾਧ ਸੰਗਤ ਦੀ ਧੂੜ ਨੂੰ ਮੰਗਿਆ ਕਰੋ। ਦਿਲੋਂ ਲਾ ਕੇ, ਮਹਾਰਾਜ ਮੈਨੂੰ ਸਾਧ ਸੰਗਤ ਦੀ ਧੂੜ ਬਣਾ ਦੇ। ਆਪ ਛੋੜ ਬੇਨਤੀ ਕਰੋ। ਸਾਧ ਸੰਗਤ ਵਿੱਚ ਮਿਲ ਕੇ ਵੀ ਹੰਕਾਰ ਨਾ ਕਰ ਬੈਠਿਓ ਕਿਤੇ। ਆਪਾ ਭਾਵ ਛੱਡ ਕੇ ਮਹਾਰਾਜ ਅੱਗੇ ਬੇਨਤੀਆਂ ਕਰਿਆ ਕਰੋ। ਸਾਧ ਸੰਗ ਅਗਨ ਸਾਗਰ ਤਰੋ। ਇਸ ਪ੍ਰਕਾਰ ਮਹਾਰਾਜ ਦੀ ਸਤ ਸੰਗਤ ਨਾਲ ਮਿਲ ਕਰਕੇ ਕਾਲ ਰੂਪੀ ਅੱਗ ਦਾ ਸਮੁੰਦਰ, ਜਿਹੜਾ ਇਹ ਸੰਸਾਰ ਹੈ ਨਾ, ਈਰਖਾ ਰੂਪੀ ਅੱਗ ਦਾ ਸਮੁੰਦਰ ਹੈ, ਜਾਂ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਹਿੰਸਾ ਕਰਨੀ, ਜੀਵ ਘਾਤ ਕਰਨਾ, ਲੋਭ ਹੋਣਾ, ਕੋਪ ਹੋਣਾ, ਮੋਹ ਆਦਿਕ, ਇਹ ਅੱਗ ਦੀਆਂ ਨਦੀਆਂ ਹਨ। ਇਸ ਸਮੁੰਦਰ ਸੰਸਾਰ ਤੋਂ, ਈਰਖਾ ਦੇ ਤੋਂ, ਵਿਕਾਰਾਂ ਦੇ ਸਮੁੰਦਰ ਤੋਂ ਇਸ ਪ੍ਰਕਾਰ ਸਾਧ ਸੰਗਤ ਨਾਲ ਮਿਲ ਕਰਕੇ ਇਸ ਅੱਗ ਦੇ ਸਮੁੰਦਰ ਤੋਂ ਤਰ ਜਾਓਗੇ। ਹਰ ਧਨ ਕੇ ਭਰ ਲੇਹੁ ਭੰਡਾਰ। ਇਹ ਭਾਈ, ਹਰੀ ਦਾ, ਪਰਮੇਸ਼ਰ ਦਾ ਨਾਮ ਹੀ ਧਨ ਹੈ। ਇਸ ਦੇ ਨਾਲ ਆਪਣੇ ਹਿਰਦੇ ਰੂਪੀ ਭੰਡਾਰਿਆਂ ਨੂੰ ਭਰ ਲਓ। ਨਾਨਕ ਗੁਰ ਪੂਰੇ ਨਮਸਕਾਰ। ਇਹ ਹੈ ਸਤਿਗੁਰੂ ਸਾਹਿਬ ਦਾ ਉਪਦੇਸ਼। ਸਤਿਗੁਰੂ ਸਾਹਿਬ ਜੀ ਕਹਿੰਦੇ, ਐਸੇ ਪੂਰੇ ਸਤਿਗੁਰੂ ਨਾਲ ਸਾਹਿਬ ਨੂੰ ਨਮਸਕਾਰ ਹੈ। ਭਾਈ ਬੰਦਨਾ ਹੈ ਸਤਿਗੁਰਾਂ ਦੇ ਤਾਈ। ਖੇਮ ਕੁਸਲ ਸਹਿਜ ਆਨੰਦ। ਇਹ ਗੁਰਸਿੱਖੋ, ਖੇਮ ਤੁਹਾਡੀ ਰੱਖਿਆ ਹੋਵੇਗੀ, ਸਦਾ ਸਦਾ ਤੁਹਾਡੀ ਰਾਖੀ ਹੋਵੇਗੀ, ਅਤੇ ਕੁਸਲ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਅਤੇ ਆਪ ਪ੍ਰਾਪਤੀ ਦੀ ਰੱਖਿਆ ਵੀ ਤੁਹਾਡੀ ਭਾਈ ਹੋਵੇਗੀ। ਕੁਸਲ ਆਨੰਦ ਹੋਵੇਗਾ। ਉਸ ਪਰਮੇਸ਼ਰ ਦਾ ਜਿਹੜਾ ਆਨੰਦ ਨਹੀਂ ਪ੍ਰਾਪਤ ਹੋਇਆ, ਉਸ ਦੀ ਪ੍ਰਾਪਤੀ ਹੋਵੇਗੀ, ਅਤੇ ਜਿਹੜਾ ਪ੍ਰਾਪਤ ਹੈ ਉਹਦੀ ਖੇਮ ਰੱਖਿਆ ਹੋਵੇਗੀ। ਉਸ ਨੂੰ ਕੋਈ ਖੋ ਨਹੀਂ ਸਕੇਗਾ। ਐਸੀ ਖੇਮ ਕੁਸਲ ਹੈ। ਸੁਖ ਆਨੰਦ ਹੋਵੇਗਾ, ਰੱਖਿਆ ਹੋਵੇਗੀ, ਸਹਿਜ ਸਰੂਪ ਦਾ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ। ਫਿਰ ਦੁਨੀਆ ਦੇ ਪਦਾਰਥਾਂ ਦਾ ਵੀ ਆਨੰਦ ਪ੍ਰਾਪਤ ਹੋਵੇਗਾ, ਅਤੇ ਸਹਿਜ ਸਰੂਪ ਦਾ ਆਨੰਦ ਵੀ ਤੁਹਾਨੂੰ ਪ੍ਰਗਟ ਹੋ ਜਾਏਗਾ। ਸਾਧ ਸੰਗ ਭਜ ਪਰਮਾਨੰਦ। ਸਾਧ ਸੰਗਤ ਵਿੱਚ ਮਿਲ ਕੇ ਪਰਮ ਆਨੰਦ
ਰੂਪ ਵਾਹਿਗੁਰੂ ਦਾ ਭਜਨ ਕਰੋ ਆਪ। ਨਰਕ ਨਿਵਾਰ ਉਧਾਰੋ ਜੀਓ। ਇਹ ਜੀਵ ਜਿਹੜਾ ਨਰਕ 'ਚ ਪੈਣ ਵਾਲੀਆਂ ਹਰ ਵਕਤ ਕਰਤੂਤਾਂ ਕਰਦਾ ਰਹਿੰਦਾ ਨਾ, ਇਹਨੂੰ ਨਰਕ ਵੱਲੋਂ ਨਿਵਰਤ ਕਰਕੇ ਆਪਣੇ ਜੀਵ ਨੂੰ ਕੁਸੰਗਤ ਵੱਲੋਂ ਬਚਾ ਕੇ ਉਧਾਰਨਾ ਕਰੋ। ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਇਹ ਭਾਈ ਗੋਬਿੰਦ ਜੋ ਪ੍ਰਿਥਵੀ ਦਾ ਰਾਖਾ ਪਰਮੇਸ਼ਰ ਹੈ, ਉਹਦੇ ਗੁਣਾਂ ਨੂੰ ਗਾਇਆ ਕਰੋ। ਇਹ ਅੰਮ੍ਰਿਤ ਰਸ ਹੈ, ਮੌਤ ਤੋਂ ਰਹਿਤ ਕਰਨ ਵਾਲਾ ਆਨੰਦ ਹੈ, ਇਸ ਨੂੰ ਪੀਣਾ ਕਰੋ। ਗੋਬਿੰਦ ਦੇ ਗੁਣ ਗਾ ਕੇ ਅੰਮ੍ਰਿਤ ਆਤਮਾ ਆਨੰਦ ਰੂਪੀ ਰਸ ਨੂੰ ਪੀਓ। ਚਿੱਤ ਚਿੱਤ ਵਹੋ ਨਾਰਾਇਣ ਏਕ। ਚਿੱਤ ਵਿੱਚ ਹਰ ਵਕਤ ਇੱਕੋ ਹੀ ਪਰਮੇਸ਼ਰ ਹੈ, ਜੋ ਨਿਰਾਹਾਰ ਜਿਸ ਦਾ ਐਨ ਘਰ ਹੈ। ਉਸ ਨੂੰ ਹਰ ਵਕਤ ਚਿਤਵਦੇ ਰਹੋ, ਯਾਦ ਕਰਦੇ ਰਹੋ। ਏਕ ਰੂਪ ਜਾ ਕੇ ਰੰਗ ਅਨੇਕ। ਉਹਦਾ ਸਰੂਪ ਇੱਕੋ ਹੀ ਅਦਵੈਤ ਰੂਪ ਹੈ ਤੇ ਰੰਗ ਜਿਸ ਦੇ ਅਨੇਕਾਂ ਹਨ। ਕੌਤਕ ਅਨੇਕ ਪ੍ਰਕਾਰ ਦੇ ਹਨ ਉਸਦੇ। ਗੋਪਾਲ ਦਾਮੋਦਰ ਦੀਨ ਦਇਆਲ। ਇਹਨਾਂ ਸ਼ਬਦਾਂ ਦਾ ਖਾਸ ਕਰਕੇ ਖਿਆਲ ਰੱਖਣਾ ਹੈ, ਕਾਲੀ ਨਹੀਂ ਕਰਨੀ। ਜਿਵੇਂ ਅਸੀਂ ਭਾਵੇਂ ਕਾਲੀ 'ਚ ਪੜ੍ਹਿਆ ਹੈ, ਪਰ ਪੜ੍ਹਿਆ ਸ਼ੁੱਧ ਹੈ, ਸਤਿਗੁਰਾਂ ਆਪ ਪੜ੍ਹਵਾਇਆ ਹੈ। ਗੋਪਾਲ ਦਾਮੋਦਰ ਦੀਨ ਦਇਆਲ, ਪਰ ਅਸੀਂ ਪੜ੍ਹ ਜਾਂਦੇ ਹਾਂ ਗੋਪਾਲ ਦਮੋਦਰ ਦੀਨ ਦਇਆਲ। ਅਸੀਂ ਸਿੱਧਾ ਹੀ ਦੱਦੇ ਨੂੰ ਸਿਹਾਰੀ ਐੜੇ ਨੂੰ ਕਰਨਾ ਲੱਲਾ ਦਿਆਲ ਲਾ ਜਾਂਦੇ। ਦਿਆਲ ਤਾਂ ਕਿਸੇ ਬੰਦੇ ਦਾ ਨਾਮ ਹੁੰਦਾ, ਇੱਥੇ ਦਇਆਲ ਹੈ। ਦੱਦਾ ਈੜੀ ਨੂੰ ਸਿਹਾਰੀ ਐੜਾ ਨੂੰ ਕਰਨਾ ਲੱਲਾ ਦਇਆਲ। ਫਿਰ ਦੱਦੇ ਨੂੰ ਕਰਨਾ ਹੈ ਦਾ, ਮੰਮੇ ਨੂੰ ਹੋੜਾ ਦੱਦਾ ਰਾ ਦਾ ਮੋਦਰ, ਤੇ ਗੱਗੇ ਨੂੰ ਹੋੜਾ ਹੈ ਗੋਪਾਲ। ਗੋਪਾਲ ਨਹੀਂ ਪੜ ਜਾਣਾ। ਕਹਿੰਦੇ ਉਹ ਹੀ ਪ੍ਰਿਥਵੀ ਦਾ ਪਾਲਕ ਹੈ, ਉਹ ਹੀ ਦਾਮੋਦਰ। ਕ੍ਰਿਸ਼ਨ ਜੀ ਨੇ ਜਿਵੇਂ ਯਸ਼ੋਦਾ ਤੋਂ ਆਪਣਾ ਪੇਟ ਰੱਸੀ ਨਾਲ ਬਣਾਇਆ ਸੀ, ਜਮਲਾ ਰਦ ਦੇ ਵਿੱਚ ਵੀ ਲੰਘ ਕਰਕੇ ਨਲ ਤੇ ਕੂਬਰ ਜੋ ਕੁਬੇਰ ਦੇ ਪੁੱਤਰ ਸਨ, ਉਹ ਜਲ ਵਿੱਚ ਨੰਗੇ ਨਹਾ ਰਹੇ ਸਨ। ਉਸ ਵਕਤ ਨਾਰਦ ਨੇ ਕਿਹਾ, ਤੁਸੀਂ ਨੰਗੇ ਕਿਉਂ ਨਹਾਉਂਦੇ ਹੋ? ਇਹ ਨਿਆਣਿਆਂ ਵਾਲੇ ਸਵਾਲ ਦਮੋਦਰ ਨੂੰ ਲੱਗ ਸ਼ੰਕਾ ਕਰਕੇ ਕਰਨ ਲੱਗੇ। ਇਸ ਕਿਹਾ, ਜਾਓ ਬ੍ਰਿਛ ਬਣੋ ਤੁਸੀਂ। ਤੇ ਜਮਲਾਰਦ ਦੇ ਦੋ ਜੁੜੇ ਹੋਏ ਬ੍ਰਿਛ ਬਣੇ ਸੀ। ਕ੍ਰਿਸ਼ਨ ਜੀ ਨੂੰ ਰੱਸੀ ਨਾਲ ਮਾਤਾ ਯਸ਼ੋਦਾ ਜੀ ਨੇ ਜਦੋਂ ਬੰਨ੍ਹ ਦਿੱਤਾ ਸੀ, ਉਸ ਵਕਤ ਇਹਨਾਂ ਬ੍ਰਿਛਾਂ ਦੇ ਵਿਚਾਲੇ ਦੀ ਲੰਘੇ। ਉਹਨਾਂ ਨੂੰ ਜੜ੍ਹਾਂ ਤੋਂ ਪੱਟ ਕੇ ਨਾਰਦ ਦੇ ਸਰਾਪ ਤੋਂ ਬਚਾਇਆ ਸੀ। ਨਲ ਕੂਬਰ ਨੂੰ ਇਉਂ ਦਮੋਦਰ ਨਾਮ ਪਿਆ ਸੀ। ਇਸੇ ਪ੍ਰਕਾਰ ਪ੍ਰੇਮ ਰੂਪੀ ਦਾਮ ਰੱਸੀ ਦੇ ਨਾਲ ਆਪਣੇ ਉਦਰ ਨੂੰ ਬੜਾ ਲੈਂਦਾ ਹੈ, ਪ੍ਰੇਮ ਦੇ ਵਸ ਹੋ ਜਾਂਦਾ ਹੈ। ਜੋ ਪਰਮੇਸ਼ਰ, ਉਹ ਪ੍ਰਿਥਵੀ ਦਾ ਪਾਲਕ ਹੈ, ਗਰੀਬਾਂ ਤੇ ਦਇਆਲਤਾ ਕਰਨ ਵਾਲਾ ਹੈ। ਦੁੱਖ ਭੰਜਨ ਪੂਰਨ ਕਿਰਪਾਲ। ਭਾਈ ਉਹ ਜੰਮਣ ਮਰਨ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ। ਪੂਰਨ ਉਹ ਸਾਰਿਆਂ ਥਾਵਾਂ 'ਚ ਵਿਆਪਕ ਹੈ। ਕਿਰਪਾ ਦਾ ਘਰ ਹੈ ਵਾਹਿਗੁਰੂ। ਸਿਮਰ ਸਿਮਰ ਨਾਮ ਬਾਰੰਬਾਰ। ਉਹ ਸਿਮਰਨ ਯੋਗ ਪਰਮੇਸ਼ਰ ਦਾ ਨਾਮ ਹੈ। ਵਾਰ-ਵਾਰ ਪੁਨ੍ਹਾ ਰੋਮ ਰੋਮ ਕਰਕੇ ਉਸ ਦਾ ਨਾਮ ਸਿਮਰਦੇ ਰਹੋ। ਵਾਰ-ਵਾਰ ਹਰੇਕ ਦਿਨ ਵਿੱਚ ਸਿਮਰਨਾ ਕਰੋ। ਸਾਰੀਆਂ ਵਾਰੀਆਂ 'ਚ ਮਨੁੱਖਾ ਜਨਮ ਵਾਰੀ ਮਿਲੀ ਹੈ, ਇਹਦੇ 'ਚ ਸਿਮਰਨਾ ਕਰੋ। ਬਾਹਰ ਇੰਦਰੀਆਂ ਨੂੰ ਬਾਹਰ ਵਰਜ ਕੇ ਵਿਸ਼ਿਆਂ ਤੋਂ ਸਿਮਰਨ ਕਰੋ। ਨਾਨਕ ਜੀ ਕਾ ਇਹ ਆਧਾਰ। ਇੱਥੇ ਨਾਨਕ ਜੱਜੇ ਨੂੰ ਬਿਹਾਰੀ ਹੈ, ਐੜਾ ਮੁਕਤਾ ਲੱਗਾ। ਐੜਾ ਮੁਕਤਾ ਵੀ ਪੜ੍ਹਨਾ ਹੈ। ਅਸੀਂ ਐੜਾ ਮੁਕਤਾ ਕਿਵੇਂ ਪੜ੍ਹਦੇ ਹਾਂ? ਐੜਾ ਮੁਕਤਾ ਇਸ ਤਰ੍ਹਾਂ ਹੀ ਇੱਥੇ ਪੜ੍ਹਨਾ ਹੈ। ਨਾਨਕ ਜੀ ਕਾ ਇਹ ਆਧਾਰ। ਕਹਿੰਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜੀਵ ਦਾ ਆਸਰਾ ਹੋਣਾ ਚਾਹੀਦਾ ਸਾਡੇ ਹਿਰਦੇ 'ਚ। ਸਾਡੇ ਹਿਰਦੇ ਦਾ ਇਹ ਆਸਰਾ ਹੋਣਾ ਚਾਹੀਦਾ। ਇਸ ਆਸਰੇ ਅਸੀਂ ਜਿਉਂਦੇ ਹੋ ਸਕਦੇ ਹਾਂ। ਉੱਤਮ ਸਲੋਕ ਸਾਧ ਕੇ ਬਚਨ। ਇੱਕ ਇਹ ਜਿਹੜੇ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਦੇ ਬਚਨ ਹਨ, ਇਹ ਉੱਤਮ ਸਲੋਕ ਸਮੀਪ ਸਰੂਪ ਸੁਜੁਜ 4 ਪ੍ਰਕਾਰ ਦੀਆਂ ਜਿਹੜੀਆਂ ਮੁਕਤੀਆਂ ਹਨ, ਉਹਨਾਂ ਨਾਲੋਂ ਉੱਤਮ ਮੁਕਤੀ, ਕੈਵਲਿਆ ਮੁਕਤੀ ਦੇਣ ਵਾਲੇ
ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਐਸੇ ਸਾਧ ਗੁਰੂ ਨਾਨਕ ਸਾਹਿਬ ਦੇ ਬਚਨ ਹਨ। ਇਹ ਉੱਤਮ ਹੈਨਗੇ, ਬੈਕੁੰਠ ਦੀਆਂ ਮੁਕਤੀਆਂ ਨਾਲੋਂ ਕੈਵਲਿਆ ਮੁਕਤੀ ਦੇਣ ਵਾਲੇ ਹਨ। ਅਤੇ ਉੱਤਮ ਸ਼ਲੋਕ ਨਾਮ ਹੈ ਜਸ ਦਾ। ਸਾਧੂ ਗੁਰੂ ਨਾਨਕ ਸਾਹਿਬ ਦੇ ਬਚਨ ਉੱਤਮ ਜਸ ਦੇ ਦੇਣ ਵਾਲੇ ਹਨ। ਇਹ ਉੱਤਮ ਐਸੇ ਆ, ਸਵੈ ਜੋ ਦਵੈ ਆਪਣਾ ਲੋਕ ਹੈ, ਨਾ ਪ੍ਰਕਾਸ਼ ਰੂਪ ਬ੍ਰਹਮ। ਉਹਦੇ ਉੱਤਮ ਸਰੂਪ ਦੇ ਤਾਈਂ ਸਿਖਿਆਤ ਕਰਨ ਵਾਲੇ ਇਹ ਸਾਧ ਗੁਰਾਂ ਦੇ ਬਚਨ ਹਨ। ਅਮਲੀਕ ਲਾਲ ਇਹ ਰਤਨ। ਸਾਧ ਸੰਗਤ ਜੀ, ਇੱਥੇ ਇਸ ਸ਼ਬਦ ਨੂੰ ਕੋਈ ਤਾਂ ਅਮੂਲੀਕ ਪੜ੍ਹੀ ਜਾਂਦਾ ਹੈ, ਕੋਈ ਅਮੋਲੀਕ ਪੜ੍ਹੀ ਜਾਂਦਾ ਹੈ। ਨਹੀਂ, ਇੱਥੇ ਆੜਾ ਹੈ, ਮੰਮੇ ਨੂੰ ਔਂਕੜ ਲੱਗਾ ਹੈ। ਅਮ ਲੀਕ, ਲੱਲੇ ਨੂੰ ਬਿਹਾਰੀ ਕੱਕਾ, ਅਮਲੀਕ ਪੜ੍ਹਨਾ ਹੈ। ਕਹਿੰਦੇ ਸਾਧ ਸੰਗਤ ਜੀ, ਇਹ ਤਾਂ ਅਮੋਲਕ ਹਨ, ਇਹ ਤਾਂ ਲਾਲ ਹਨ, ਇਹ ਤਾਂ ਰਤਨ ਹਨ। ਐਸੇ ਅਮੋਲਕ ਬਚਨ ਹਨ ਗੁਰੂ ਮਹਾਰਾਜ ਸਾਹਿਬ ਦੇ। ਅਮੋਲਕ ਜਿਹੜੇ ਪ੍ਰੇਮ ਦੇ ਬਚਨ ਹਨ ਉਹ ਲਾਲ ਹਨ, ਅਤੇ ਜਿਹੜੇ ਵਿਰਾਗ ਦੇ ਬਚਨ ਹਨ ਇਹ ਰਤਨ ਹਨ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਹਨ। ਇਹ ਐਸੇ ਅਮੋਲਕ ਲਾਲਾਂ ਨਾਲੋਂ ਵੀ, ਰਤਨਾਂ ਨਾਲੋਂ ਵੀ ਅਮਲੀਕ ਹੈਨਗੇ ਬਚਨ ਮਹਾਰਾਜ ਦੇ। ਲਾਲ ਕਿਤੋਂ ਮਿਲ ਸਕਦੇ ਆ, ਰਤਨ ਕਿਤੋਂ ਮਿਲ ਸਕਦੇ ਆ? ਇਹ ਬਚਨ ਨਹੀਂ ਕਿਤੋਂ ਮਿਲਦੇ, ਇਹ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਹੀ ਮਿਲਦੇ ਹਨ। ਐਸੇ ਅਮੋਲਕ ਬਚਨ ਹਨ। ਅਮੋਲਕ ਕਲਾ ਇਹ ਸ਼ਕਤੀ ਰੱਖਦੇ ਆ। ਦੇਹ ਦੇ ਅੰਦਰ ਵੀ ਵਾਹਿਗੁਰੂ ਨੂੰ ਫੇਰ ਲਈਦਾ ਹੈ, ਦੇਖ ਲਈਦਾ ਹੈ। ਏਡੀ ਅਮੋਲਕ ਕਲਾ ਇਹਨਾਂ 'ਚ ਭਰੀ ਹੋਈ ਆ, ਏਡੀ ਅਮੋਲਕ ਸ਼ਕਤੀ ਹੈ। ਅਮੁੱਲੀ ਕਲਾ ਲਾਲ ਇਹ ਤਨ, ਕਹਿੰਦੇ ਅਮੋਲਕ ਕਲਾ ਹੈ। ਇਹ ਤਨ ਦਾ ਮਾਣ ਲਾਹ ਲੈਂਦੇ ਆ। ਅਮੋਲਕ ਲਾਲਾ ਨਾਲੋਂ, ਰਤਨਾਂ ਨਾਲੋਂ ਇਹ ਬਚਨ ਹਨ ਮਹਾਰਾਜ ਦੇ। ਸੁਨਤ ਕਮਾਵਤ ਹੋਤ ਉਧਾਰ। ਕਹਿੰਦੇ ਐਸੇ ਬਚਨਾਂ ਨੂੰ ਸੁਣ ਕੇ, ਕਮਾਵਤ ਕਮਾ ਕੇ, ਹੋਤ ਉਧਾਰ, ਸਾਰਿਆਂ ਦਾ ਹੀ ਉਧਾਰ ਹੋ ਜਾਂਦਾ ਹੈ। ਆਪ ਤਰੈ ਲੋਕਹਿ ਨਿਸਤਾਰ। ਉਹ ਆਪ ਵੀ ਪੁਰਖ ਤਰ ਜਾਏਗਾ, ਮੁਕਤ ਹੋ ਜਾਏਗਾ। ਜਿਹੜੇ ਉਹਦੇ ਸੰਗੀ ਲੋਕ ਹਨ ਉਹਨਾਂ ਦਾ ਵੀ ਨਿਸਤਾਰਾ ਕਰ ਦੇਵੇਗਾ, ਉਧਾਰ ਕਰ ਦੇਵੇਗਾ। ਇਤਨੀ ਸਮਰੱਥਾ ਰੱਖਦਾ ਹੈ ਉਹ ਪੁਰਖ। ਸਫਲ ਜੀਵਨ ਸਫਲਤਾ ਕਾ ਸੰਗ। ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਨਾ, ਅੰਮ੍ਰਿਤ ਰੂਪ ਬਾਣੀ ਦੀ, ਸਫਲਾ ਹੈ ਉਹਨਾਂ ਦਾ ਜੀਵਨ ਸਹਿਤ ਗਿਆਨ ਫਲ ਦੇ। ਉਹਨਾਂ ਦਾ ਸੰਗ ਕਰਨਾ ਵੀ ਬੜਾ ਸਫਲਾ ਹੈ, ਸੰਗਤ ਕਰਨੀ ਵੀ। ਜਾ ਕੈ ਮਨ ਲਾਗਾ ਹਰ ਰੰਗ। ਜਿਨ੍ਹਾਂ ਦੇ ਮਨ 'ਚ ਹਰੀ ਦਾ ਪ੍ਰੇਮ ਲੱਗ ਗਿਆ ਹੈ। ਜੈ ਜੈ ਸ਼ਬਦ ਅਨਾਹਦ ਵਾਜੈ। ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਅਨਾਹਦ ਸ਼ਬਦ ਵੱਜ ਆਉਂਦਾ ਹੈ ਨਾ, ਇੱਕ ਰਸ ਵਾਹਿਗੁਰੂ ਦੇ ਸ਼ਬਦ ਦਾ ਵਾਜਾ ਉਚਾਰਨ ਹੁੰਦਾ, ਉਹਦੀ ਸਾਰੀ ਦੁਨੀਆ ਜੈ ਜੈਕਾਰ ਕਰਨ ਲੱਗ ਜਾਂਦੀ ਹੈ। ਸਭ ਦੁਨੀਆ 'ਚੋਂ ਜਿੱਤ ਵਾਲਾ ਹੋ ਜਾਂਦਾ ਹੈ। ਮਨ ਨੂੰ ਜਿੱਤ ਲੈਂਦਾ ਹੈ, ਇੰਦਰੀਆਂ ਨੂੰ, ਵਿਸ਼ਿਆਂ ਨੂੰ ਜਿੱਤ ਲੈਂਦਾ ਹੈ। ਜੈ ਜੈ ਦੇ ਸ਼ਬਦ ਉਹਦੇ ਅਨਾਹਦ ਇੱਕ ਰਸ ਵੱਜ ਆਉਂਦੇ ਆ, ਪ੍ਰਗਟ ਹੋ ਆਉਂਦੇ ਆ। ਸਭ ਦੁਨੀਆ 'ਚ ਜੈ ਜੈਕਾਰ ਹੋ ਜਾਂਦੀ ਹੈ। ਜੋ ਪੁਰਖ ਸ਼ਬਦ ਬ੍ਰਹਮ ਦੇ ਅੰਦਰ ਅਨਾਹਦ ਹੱਦ ਤੋਂ ਰਹਿਤ ਵਾਜਾ ਪ੍ਰਗਟ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਸ਼ਬਦ ਜੋ ਬ੍ਰਹਮ ਹੈ ਹੱਦ ਤੋਂ ਰਹਿਤ, ਉਹ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੀ ਲੋਕ ਪਰਲੋਕ 'ਚ ਜੈ ਜੈਕਾਰ ਹੁੰਦੀ ਹੈ। ਐਸੀ ਦੁਨੀਆ ਨੂੰ ਵੀ ਜਿੱਤ ਲਿਆ, ਜਮ ਲੋਕ ਨੂੰ ਵੀ ਜਿੱਤ ਲਿਆ ਉਹਨਾਂ ਨੇ। ਸਦਾ ਉਹ ਜਿੱਤ ਪ੍ਰਾਪਤ ਕਰਨ ਵਾਲੇ ਹਨ। ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਜਿਹੜੇ ਮਹਾਰਾਜ ਸਾਹਿਬ ਦੇ ਸ਼ਬਦ ਨੂੰ ਇੱਕ ਰਸ ਵਜਾਉਂਦੇ ਹਨ, ਉਚਾਰਨ ਕਰਦੇ ਨਾਮ ਨੂੰ, ਅੱਠੇ ਪਹਿਰ ਭੁੱਲਣ ਨਹੀਂ ਦਿੰਦੇ ਉਹਨਾਂ ਦੇ। ਤਾਂ ਕਿ ਧੁਨ ਮੋਹਿ ਗੋਪਾਲਾ। ਉਹਨਾਂ ਦੇ ਪ੍ਰੇਮ ਦੇ ਨਾਲ ਉਚਾਰਨ ਕੀਤੇ ਹੋਏ ਸਿਮਰਨ ਨੂੰ ਆਪ ਸੁਣਦੇ ਆ ਮਹਾਰਾਜ। ਸ਼ਰਧਾ ਤੇ ਭਰੋਸੇ ਰੂਪੀ ਕੰਨਾਂ ਨਾਲ ਜਿਹੜੇ ਸਿੱਖ ਸੁਣਦੇ ਆ ਨਾ, ਉਹਨਾਂ ਨੂੰ ਆਨੰਦ ਮਹਾਰਾਜ ਸਾਹਿਬ ਪ੍ਰਗਟ ਕਰ ਦਿੰਦੇ ਆ। ਤੇ ਪ੍ਰਭੂ ਉਹਨਾਂ ਦੇ ਅੰਦਰੋਂ ਹੀ ਗੱਜ ਆਉਂਦੇ ਆ, ਪ੍ਰਗਟ ਹੋ ਆਉਂਦੇ ਆ। ਐਸੀ ਕਿਰਪਾ ਕਰਦੇ ਹਨ ਮਹਾਰਾਜ ਸਾਹਿਬ।
ਉਹਨਾਂ ਪ੍ਰੇਮ ਦੇ ਬਚਨਾਂ ਨੂੰ ਜਪਦਿਆਂ ਨੂੰ ਸੁਣ ਸੁਣ ਆਨੰਦ ਬੜਾ ਮਾਣਦੇ ਆ ਤੇ ਪ੍ਰਭੂ ਆਪ ਹੀ ਅੰਦਰੋਂ ਗੱਜ ਉੱਠਦੇ ਆ। ਉਹਦੀ ਹਉਮੈ ਮੇਟ ਕੇ ਸਿੱਖ ਦੀ ਪਰਮੇਸ਼ਰ ਆਪ ਹੀ ਪ੍ਰਗਟ ਹੋ ਜਾਂਦਾ ਹੈ। ਪ੍ਰਗਟੇ ਗੋਪਾਲ ਮਹਾਤ ਕੈ ਮਾਥੇ। ਉਸ ਨੂੰ ਖੋਲ ਦੇ ਅੱਗੇ ਬਚਨ ਨੂੰ ਕਹਿੰਦੇ ਹਨ ਕਿ ਗੋਪਾਲ ਪ੍ਰਿਥਵੀ ਦਾ ਪਾਲਕ ਜੋ ਹੈ, ਮਹਾਤ ਨਾਮ ਮਹਾਤਮਾ ਦੇ ਮਾਥੇ ਅੰਤঃਕਰਣ ਦੇ ਅੰਦਰ ਪ੍ਰਗਟ ਹੋ ਆਉਂਦਾ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਹਨ। ਸਤਿਗੁਰੂ ਸਾਹਿਬ ਜੀ ਜਿਸਕੇ ਗੁਰ ਮਸਤਕ ਹਾਥ ਧਰਿਓ, ਵਹੁ ਜਾਣਤ ਹੈ ਸਭ ਕੇ ਘਟ ਕੀ। ਆਤਮ ਚੀਨ ਪਰਾਤਮ ਚੀਨਿਓ, ਹੋਰ ਦਈ ਭ੍ਰਮ ਕੀ ਮਟਕੀ। ਇਸ ਪ੍ਰਕਾਰ ਸਾਧ ਸੰਗਤ ਜੀ ਗੋਪਾਲ ਉਹਨਾਂ ਨੂੰ ਮਹੱਤ, ਜੋ ਵੱਡੇ ਤੋਂ ਵੱਡੇ ਮਹੰਤ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਪੂਜਨੀਕ ਹਨ, ਉਹਨਾਂ ਦੇ ਮੱਥੇ ਅੰਤঃਕਰਣ ਵਿੱਚ ਪਰਮੇਸ਼ਰ ਪ੍ਰਗਟ ਹੋ ਆਇਆ ਹੈ। ਨਾਨਕ ਉਦਰੇ ਤਿਨ ਕੈ ਸਾਥੇ। ਜਿਹੜੇ ਉਹਨਾਂ ਦੀ ਸੰਗਤ ਕਰਨ ਵਾਲੇ ਸਤਿਗੁਰੂ ਜੀ ਕਹਿੰਦੇ ਉਹ ਵੀ ਉਧਰ ਗਏ, ਮੁਕਤ ਹੋ ਗਏ। ਕਰਨ ਜੋਗ ਸੁਨ ਸਰਨੀ ਆਏ। ਅੰਤਰਜਾਮੀ ਪ੍ਰਭੂ ਕਹਿੰਦੇ ਹਨ, ਅਕਾਲ ਪੁਰਖ ਆਪ ਦੀ ਸ਼ਰਨ ਆਇਆ ਨੂੰ ਰੱਖਣ ਦੇ ਯੋਗ ਹੈ। ਜਿਹੜੇ ਇਸ ਪ੍ਰਕਾਰ ਸੁਣ ਕੇ ਆਪ ਦੀ ਸ਼ਰਨ ਵਿੱਚ ਆ ਗਏ, ਗੁਰਾਂ ਦੁਆਰਾ ਕਰ ਕਿਰਪਾ ਪ੍ਰਭ ਆਪ ਮਿਲਾਏ। ਭਾਈ ਉਹਨਾਂ ਤੇ ਮਹਾਰਾਜ ਆਪ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਨਾਲ ਮੇਲ ਲਿਆ, ਐਸੀ ਕਿਰਪਾ ਕੀਤੀ ਹੈ। ਮਿਟ ਗਏ ਬੈਰ ਭਏ ਸਭ ਰੇਨ। ਉਹਨਾਂ ਦੇ ਵੈਰ ਵਿਰੋਧ ਸਾਰੇ ਮਿਟ ਗਏ, ਕੋਈ ਵੈਰ ਉਹਨਾਂ ਦਾ ਕਿਸੇ ਨਾਲ ਨਹੀਂ ਰਿਹਾ। ਸਲਾਹ ਕੁੱਲ ਹੋ ਗਏ ਉਹ ਸਾਰਿਆਂ ਦੇ, ਅਤੇ ਸਾਰਿਆਂ ਦੀ ਧੂੜ ਬਣ ਗਏ ਹਨ। ਉਹਨਾਂ ਨਾਲ ਕਿਸੇ ਨੇ ਵੈਰ ਵਿਰੋਧ ਕੀ ਕਰਨਾ ਸੀ। ਅੰਮ੍ਰਿਤ ਨਾਮ ਸਾਧ ਸੰਗ ਲੈਨ। ਜੋ ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਹੈ, ਸਾਧ ਸੰਗਤ ਦੇ ਵਿੱਚ ਲੈਣਾ ਕਰਦੇ ਹਨ। ਤੋ ਪ੍ਰਸੰਨ ਭਏ ਗੁਰਦੇਵ। ਉਸ ਤੇ ਸਤਿਗੁਰੂ ਨਾਨਕ ਦੇਵ ਜੀ ਭਲੀ ਪ੍ਰਕਾਰ ਪ੍ਰਸੰਨ ਹੋਏ ਹਨ। ਪੂਰਨ ਹੋਈ ਸੇਵਕ ਕੀ ਸੇਵ। ਉਹਨਾਂ ਸੇਵਕਾਂ ਦੀ ਜਿਹੜੀ ਟਹਿਲ ਭਾਵ ਭਗਤੀ ਹੈ, ਇਹ ਸਾਰੀ ਐਨ ਸਿਰੇ ਚੜ੍ਹ ਗਈ। ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾ ਦਿੱਤੀ ਉਸ ਸੇਵਾ ਨੇ। ਆਲ ਜੰਜਾਲ ਬੇਕਾਰ ਤੇ ਰਹਤੇ। ਉਹਨਾਂ ਦੇ ਆਲ ਜਿਹੜੇ ਘਰ ਦੇ ਜੰਜਾਲ ਬੰਧਨ ਸੀ ਨਾ, ਅਤੇ ਆਲ ਔਲਾਦ, ਇੱਕ ਤਾਂ ਆਪਣੇ ਔਲਾਦ ਹੁੰਦੀ ਹੈ, ਇੱਕ ਲੜਕੀ ਦੀ ਅੱਗੇ ਦੋਹਤੇ ਆਦਿਕ ਔਲਾਦ ਹੋਣੀ, ਇਉਂ ਆਲ ਜੰਜਾਲ ਜਿਹੜੇ ਆਪ ਦੇ ਘਰ ਦੇ ਪੁੱਤਰ ਪੋਤਰਿਆਂ ਦਾ ਜਿਹੜਾ ਜੰਜਾਲ ਸੀ, ਦੋਹਤੇ ਆਦਿਕਾਂ ਦੇ ਬੰਧਨ ਜਿਹੜੇ ਸੀ ਨਾ, ਇਹਨਾਂ ਸਾਰਿਆਂ ਜੰਜਾਲਾਂ ਤੋਂ ਵੀ ਰਹਿਤ ਹੋ ਗਏ ਆ। ਆਲ ਸਮੂਹ ਜੰਜਾਲਾਂ ਦੇ ਬੰਧਨਾਂ ਤੋਂ ਰਹਿਤ ਹੋ ਗਏ ਆ। ਆਲ ਜੋ ਘਰ ਸੰਸਾਰ ਇਹਦੇ ਬੰਧਨਾਂ ਤੋਂ, ਆਲ ਜੋ ਸਰੀਰ ਰੂਪੀ ਘਰ ਹੈ, ਇਹਦੇ ਸਾਰੇ ਬੰਧਨਾਂ ਤੋਂ ਤੇ ਵਿਕਾਰਾਂ ਤੋਂ, ਕਾਮ ਆਦਿਕਾਂ ਤੋਂ ਰਹਿਤ ਹੋ ਗਏ ਆ। ਰਾਮ ਨਾਮ ਸੁਨ ਰਸਨਾ ਕਹਤੇ। ਭਾਈ ਜਿਹੜੇ ਰਾਮ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਰਹਿੰਦੇ, ਹਰ ਵਕਤ ਤੇ ਰਸਨਾ ਨਾਲ ਉਚਾਰਦੇ ਰਹਿੰਦੇ ਹਨ, ਉਹਨਾਂ ਨੂੰ ਇਹ ਫਲ ਪ੍ਰਾਪਤ ਹੋਇਆ ਹੈ। ਕਰ ਪ੍ਰਸਾਦ ਦਇਆ ਪ੍ਰਭ ਧਾਰੀ। ਜਦੋਂ ਕੀਤੀ ਗੁਰੂ ਸਾਹਿਬ ਨੇ ਪ੍ਰਸਾਦ ਕਿਰਪਾ, ਉਦੋਂ ਵਾਹਿਗੁਰੂ ਦੀ ਦਿਆਲਤਾ ਉਹਨਾਂ ਨੇ ਧਾਰ ਲਈ। ਸਤਿਗੁਰਾਂ ਦੀ ਜੋ ਪ੍ਰਸਾਦ ਕਿਰਪਾ ਦੇ ਕਰਨ ਵਾਲਾ ਪਰਮੇਸ਼ਰ ਹੈ ਨਾ, ਉਸ ਪ੍ਰਭੂ ਨੇ ਜਦੋਂ ਦਿਆਲਤਾ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਹੁਣ ਇਸ 24ਵੀਂ ਅਸ਼ਟਪਦੀ ਦੇ ਚੌਥੇ ਪਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਆ, ਚੌਥੀ ਪਦੇ ਦੇ ਸੰਪੂਰਨਤਾ ਵਿੱਚ ਫਰਮਾ ਰਹੇ ਆ, ਇਹ ਸਾਡੀ ਭਾਵ ਭਗਤੀ ਰੂਪੀ ਮਨੁੱਖਾ ਜਨਮ ਰੂਪੀ ਖੇਪ ਜਿਹੜੀ ਪੂੰਜੀ ਸੀ ਨਾ, ਇਹ ਨਿਭ ਗਈ, ਸਿਰੇ ਤੋੜ ਚੜ ਗਈ। ਇਹ ਸੁਖਮਨੀ ਸਾਹਿਬ ਜਿਹੜੀ ਪੂੰਜੀ ਅਸੀਂ ਜੀਵਾਂ ਦੇ ਉਧਾਰ ਵਾਸਤੇ ਸਾਹ ਦਾ ਭਜਨ ਤਿਆਰ ਕੀਤਾ ਸੀ, ਇਹ ਪੂਰੀ ਚੜ ਗਈ, ਭੋਗ ਪੈ ਗਿਆ ਇਸ ਪ੍ਰਕਾਰ। ਸੋ ਸਾਧ ਸੰਗਤ ਜੀ, ਇਹ ਸੀ 24ਵੀਂ ਅਸ਼ਟਪਦੀ ਦੀ 4 ਪੌੜੀਆਂ 4 ਪਦਿਆਂ ਤੱਕ ਵਿਚਾਰ।
और इस संपूर्णता ਦੀ ਪੌੜੀ ਪਦਵੀ ਅਸ਼ਟਪਦੀ ਦੀ 4 ਪੌੜੀਆਂ ਭਾਵ 4 ਪਦੇ ਬਾਕੀ ਹਨ। ਉਹ ਅਸੀਂ ਆਉਣ ਵਾਲੇ ਕੱਲ ਵਿੱਚ ਵਿਚਾਰ ਕਰਾਂਗੇ। ਫਿਰ ਸੰਪੂਰਨਤਾ ਹੈ। ਆਓ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ ਗਾਉਂਦਿਆਂ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਅੱਗੇ ਤੋਂ ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਣ। ਸਤਿਗੁਰੂ ਜੀ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਆਓ ਇਸ 24ਵੀਂ ਅਸ਼ਟਪਦੀ ਦੇ ਚੌਥੇ ਪਦੇ ਦੀਆਂ ਜੋ ਸੰਪੂਰਨਤਾ ਵਾਲੀਆਂ ਪੰਕਤੀਆਂ ਹਨ ਉਹ ਅਸੀਂ ਪੜ੍ਹ ਗਾ ਕੇ ਸਰਵਣ ਕਰਨਾ ਕਰੀਏ ਜੀ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।